कि ਕਿਹੜੇ रूल्स ने जिन्होंने ਆਪਾਂ ਨੂੰ फॉलो करना पैना ਤਾਂ ਜਾ ਕੇ ਕਿਤੇ ਉਹ ਉੱਥੇ ਜੇਕਰ ਵਿਦੇਸ਼ 'ਚ ਜਾ ਕੇ ਵਿਆਹ ਦੇ ਬੇਸ ਦੇ ਉੱਤੇ ਸੈਟਲ ਹੋਣ ਦੀ ਚਾਹਤ ਰੱਖਣ ਵਾਲਾ ਸਾਡਾ ਨੌਜਵਾਨ ਹੈਗਾ, ਚਾਹੇ ਉਹ ਮੁੰਡਾ ਹੈ ਚਾਹੇ ਕੁੜੀ ਹੈ, ਕਿਹੜੇ ਜਿਹੜੀਆਂ ਰਿਕੁਆਇਰਮੈਂਟਸ ਨੇ ਜਿਹੜੀਆਂ ਉਹਨਾਂ ਨੂੰ ਪੂਰੀਆਂ ਕਰਨੀਆਂ। ਔਰ ਉਹਦੇ ਲਈ ਇੱਕ ਕਾਰਡ ਇਸ਼ੂ ਹੋ ਜਾਂਦਾ ਜਿਹਦੇ ਬੇਸ ਤੇ ਉਹ ਇੰਡੀਆ ਆ ਸਕਦਾ, ਜਾ ਸਕਦਾ, ਉਹਨੂੰ ਕੋਈ ਪ੍ਰੋਬਲਮ ਨਹੀਂ, ਉਹ ਇੰਡੀਆ ਆ ਕੇ ਵਿਆਹ ਵੀ ਕਰਾ ਸਕਦਾ। ਚੈਨਲ ਦੇ ਉੱਤੇ ਕਹਿ ਰਹੇ ਹੋ ਕਿ ਮੈਨੂੰ ਤੁਸੀਂ ਫੋਨ ਕਰ ਸਕਦੇ ਹੋ, ਮੈਨੂੰ ਉਹ ਸੰਪਰਕ ਕਰ ਸਕਦੇ ਨੇ ਯੂਰਪ ਦੇ ਵਿੱਚ ਜੇਕਰ ਕਿਸੇ ਵੀ ਪਾਸੇ ਪੜਤਾਲ ਕਰਨੀ ਹੋਵੇ, ਤੁਸੀਂ ਉਹਦੇ ਲਈ ਤਿਆਰ ਹੋ? ਮੈਂ ਉਹਨੇ ਲਈ ਤਿਆਰ ਹਾਂ ਤਾਂ ਕਿ ਕਿਸੇ ਨਾਲ ਧੋਖਾ ਨਾ ਹੋਵੇ, ਇੰਨੇ ਮਾਂ ਪਿਓ ਇਹਨੇ ਲੁੱਟੇ ਨਾ ਜਾਣ, ਇਹਦੇ 'ਚ ਕੋਈ ਦੋ ਰਾਇ ਨਹੀਂ ਮੈਂ ਕਰ ਸਕਦਾ। ਗਲਤ ਤਰੀਕਿਆਂ ਨਾਲ ਗਲਤ ਪੈਸੇ ਲਾ ਕੇ ਗਲਤ ਏਜੰਟਾਂ ਦੇ ਹੱਥ ਚੱਲ ਕੇ ਨਹੀਂ ਜਾਣਾ ਚਾਹੀਦਾ ਹੈਗਾ, ਤਾਂ ਕਿ ਉੱਥੇ ਜਾ ਕੇ ਬੜੀ ਬੁਰੀ ਹਾਲਤ ਹੁੰਦੀ ਆ। ਮਾਪੇ ਜਿਹੜੇ ਨੇ ਉਹ ਕੁੜੀ ਲੱਭਦੇ ਨੇ ਜਿਹੜੀ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਹੁੰਦੀ ਆ, ਉਹਨੂੰ ਆਈਲੈਟਸ ਕਰਾਈ ਜਾਂਦੀ ਆ, ਉਹਨੂੰ ਪੂਰਾ ਦਾ ਪੂਰਾ ਜਿਹੜਾ ਉਹਦਾ ਖਰਚਾ ਦਿੱਤਾ ਜਾਂਦਾ ਵੀ ਇਹ ਬਾਹਰ ਜਾ ਕੇ ਪੜ੍ਹਾਈ ਦੇ ਨਾਂ ਤੇ ਬਾਹਰ ਜਾਏਗੀ, ਉੱਥੇ ਜਾ ਕੇ ਸੈਟਲ ਹੋਏਗੀ ਤੇ ਮੁੰਡਾ ਸਾਡਾ ਉੱਥੇ ਬੁਲਾ ਕੇ ਸੈਟਲ ਕਰ ਲਏਗੀ, ਪਰ ਉਹ ਕੁੜੀ ਜਾ ਕੇ ਉੱਥੇ ਕੁਝ ਹੋਰ ਹੀ ਕਰ ਦਿੰਦੀ ਹੈ। ਨੈਕਸਟ ਈਅਰ ਸੈਕੰਡ ਸਮੈਸਟਰ ਦੀ ਆਪਦੀ ਐਡਮਿਸ਼ਨ ਭਰੂਗੀ, ਮੈਥੋਂ ਪਰਮਿਸ਼ਨ ਲਊਗੀ, ਤੇ ਫਿਰ ਜੇ ਉਹ ਇਹੋ ਜਿਹੀ ਹੇਰਾਫੇਰੀ ਕਰੇਗੀ ਤੇ ਉਹ ਪੈਸੇ ਹੀ ਨਹੀਂ ਕਢਾ ਸਕੇਗੀ ਬੈਂਕ ਦੇ। ਪੜ੍ਹਾਈ ਦੇ ਨਾਮ ਦੇ ਉੱਤੇ ਜਿਹੜੇ ਬੱਚੇ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਕਿਹੜੀਆਂ ਜ਼ਰੂਰਤਾਂ ਨੇ ਉਹਨਾਂ ਦੀਆਂ ਉੱਥੇ ਵਾਸਤੇ, ਤੇ ਕੀ ਉਹ ਸਰਕਾਰ ਜਿਹੜੀ ਉੱਥੇ ਦੀ ਉਹ ਕੀ ਮੰਗ ਰੱਖਦੀ ਹੈ। ਬਾਹਰ ਜਾਣ ਦੀ ਇਕੱਲੀ ਚਾਹ ਇਹ ਨਹੀਂ ਵੀ ਉੱਥੇ ਦਰਖਤਾਂ ਨੂੰ ਨੋਟ ਲੱਗਦੇ, ਉੱਥੇ ਵੀ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਫੋਰਨ ਨਾਲੋਂ ਸਾਰੇ ਕੰਟਰੀ ਮੈਂ ਘੁੰਮਿਆ, ਸਾਰਿਆਂ ਨੂੰ ਦੇਖ ਕੇ ਮੈਨੂੰ ਜਿੰਨਾ ਵਧੀਆ ਇੰਡੀਆ ਜ਼ਿੰਦਗੀ ਲੱਗੀ ਰਹਿਣ ਦੀ ਕਰਨ ਦੀ, ਪਰ ਕੰਮ ਕਰਨ ਦੀ ਡਿਗਨਿਟੀ ਆਫ ਲੇਬਰ ਆਪਦੇ 'ਚ ਪੈਦਾ ਕਰਨੀ ਪੈਂਦੀ ਕਿ ਆਹ ਕੰਮ ਚੰਗਾ ਇਹ ਮਾੜਾ ਕੰਮ, ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ, ਕੰਮ ਹੀ। ਜਾ ਕੇ ਉਹ ਜਿਨ੍ਹਾਂ ਕੋਲੇ ਜਾਂਦੇ ਨੇ ਉਹਨਾਂ ਦਾ ਉਹ ਪਾਸਪੋਰਟ ਆਪਣੇ ਕੋਲ ਜ਼ਬਤ ਕਰ ਲੈਂਦੇ ਨੇ, ਆਪਣੇ ਡਾਕੂਮੈਂਟ ਸਾਰੇ ਜ਼ਬਤ ਕਰ ਲੈਂਦੇ ਨੇ, ਤੇ ਅਜਿਹੇ ਜਿਹੜੇ ਕੇਸਾਂ ਦੇ ਵਿੱਚ ਉਹ ਉਹਨਾਂ ਦੇ ਉੱਤੇ ਰਹਿਮੋ ਕਰਮ ਦੇ ਉੱਤੇ ਬਣ ਕੇ ਰਹਿੰਦੇ ਨੇ, ਬੰਧੂਆ ਮਜ਼ਦੂਰ ਬਣ ਕੇ ਰਹਿੰਦੇ ਨੇ। ਅਜਿਹੇ ਕੇਸਾਂ ਦੇ ਵਿੱਚ ਜਿਹੜਾ ਉਹ ਕਿਵੇਂ ਬਚਿਆ? ਉਹ ਪਾਸਪੋਰਟ ਕੋਈ ਜਿਹੜਾ ਹੈਗਾ ਮਾਲਕ ਨਹੀਂ ਰੱਖ ਸਕਦਾ ਪਾਸਪੋਰਟ ਨੂੰ, ਇਹ ਕਾਨੂੰਨੀ ਤੌਰ ਤੇ ਲਾ, ਈਵਨ ਕਿ ਐਮਬੈਸੀ ਵੀ ਤੁਹਾਡਾ 15 ਮਿੰਟ ਪਾਸਪੋਰਟ ਨਹੀਂ ਰੱਖਦੀ, ਉਹ ਕਹਿੰਦੀ ਆਪਦਾ ਪਾਸਪੋਰਟ ਹੈ ਤੇ ਲੈ ਜਾਓ। ਬਾਹਰੋਂ ਆਇਆ ਇੱਥੇ ਵਿਆਹ ਕਰਾਉਣ ਲਈ, ਉਹ ਕੀ ਵਾਕਈ ਹੀ ਉਹ ਇੱਥੋਂ ਮੁੰਡਾ ਜਾਂ ਕੁੜੀ ਨੂੰ ਲਿਜਾ ਸਕਦਾ ਜਾਂ ਫਿਰ ਉਹ ਫੇਕ ਹੈ, ਅਸਲੀ ਹੈ, ਨਕਲੀ ਹੈ, ਕਿਸ ਤਰ੍ਹਾਂ ਦਾ ਬੰਦਾ ਉਹ, ਇਹ ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਜੀ? ਬਾਹਰ ਸੈਟਲ ਹੋਣ ਦਾ ਖਾਸ ਕਰਕੇ ਯੂਰਪ 'ਚ ਤਾਂ 3 ਤਰੀਕੇ ਆ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਕਰੋਨਾ ਮਹਾਮਾਰੀ ਨੇ ਨੌਜਵਾਨ ਪੀੜ੍ਹੀ ਅੰਦਰ, ਖਾਸ ਕਰ ਪੰਜਾਬੀ ਨੌਜਵਾਨ ਪੀੜ੍ਹੀ ਅੰਦਰ ਵਿਦੇਸ਼ਾਂ 'ਚ ਜਾ ਕੇ ਸੈਟਲ ਹੋਣ ਦੀ ਜਿਹੜੀ ਚਾਹਤ ਹੈ ਉਸ ਨੂੰ ਕੁਝ ਚਿਰ ਲਈ ਠੱਲ ਪਾ ਦਿੱਤੀ ਹੈ, ਪਰ ਚਾਹਤ ਅੰਦਰੋਂ ਮਰੀ ਨਹੀਂ ਹੈ। ਇਹ ਚਾਹਤ ਵਾਰ-ਵਾਰ ਉਬਾਲੇ ਖਾਂਦੀ ਹੈ, ਭਾਵੇਂ ਉਹ ਪੜ੍ਹਾਈ ਦੇ ਨਾਂ ਤੇ ਵਿਦੇਸ਼ਾਂ 'ਚ ਸੈਟਲ ਹੋਣ ਦੀ ਗੱਲ ਹੋਵੇ, ਭਾਵੇਂ ਉਹ ਵਿਆਹ ਕਰਵਾ ਕੇ ਵਿਦੇਸ਼ਾਂ 'ਚ ਸੈਟਲ ਹੋਣ ਦੀ ਗੱਲ ਹੋਵੇ। ਮੁੰਡੇ ਹੋਣ ਕੁੜੀਆਂ ਹੋਣ, ਦੋਨਾਂ 'ਚ ਚਾਹਤ ਇੱਕੋ ਹੀ ਰਹਿੰਦੀ ਹੈ। ਪੜ੍ਹਾਈ ਦੇ ਨਾਂ ਦੇ ਉੱਤੇ ਵਿਦੇਸ਼ਾਂ 'ਚ ਸੈਟਲ ਹੋਣ ਦੀ ਜਿਹੜੀ ਚਾਹਤ ਹੈ ਉਸ ਸੰਬੰਧੀ ਅਸੀਂ ਇੱਕ ਇੰਟਰਵਿਊ, ਅਸੀਂ ਇੱਕ ਜਿਹੜੀ ਗੱਲਬਾਤ ਉਹ ਪਿਛਲੇ 42 ਸਾਲ ਤੋਂ ਜਰਮਨ 'ਚ ਸੈਟਲ ਐਡਵੋਕੇਟ ਹਰਜਿੰਦਰ ਸਿੰਘ ਸੇਖੋਂ ਹੋਣਾ ਨਾਲ ਇੱਕ ਵਿਸ਼ੇਸ਼ ਗੱਲਬਾਤ ਕਰਕੇ ਤੁਹਾਡੇ ਸਾਹਮਣੇ ਰੂਬਰੂ ਕੀਤੀ ਸੀ ਤੇ ਉਹ ਕਾਫੀ ਪਸੰਦ ਵੀ ਕੀਤੀ ਗਈ। ਉਸ ਤੋਂ ਬਾਅਦ ਦਰਸ਼ਕਾਂ ਦੇ ਸਵਾਲ ਸਾਡੇ ਤੱਕ ਆਏ, ਦਰਸ਼ਕਾਂ ਦੀ ਮੰਗ ਸਾਡੇ ਤੱਕ ਆਈ ਕਿ ਵਿਦੇਸ਼ਾਂ 'ਚ ਸੈਟਲ ਹੋਣ ਵਾਲੇ, ਵਿਆਹ ਦੇ ਨਾਂ ਦੇ ਉੱਤੇ ਵਿਦੇਸ਼ਾਂ 'ਚ ਸੈਟਲ ਹੋਣ ਵਾਲੇ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਬਾਹਰ ਜਾ ਕੇ ਉਹਨਾਂ ਨਾਲ ਧੋਖਾ ਨਾ ਹੋਵੇ, ਉਸ ਸੰਬੰਧੀ ਵੀ ਸਰਦਾਰ ਸੇਖੋਂ ਹੋਣਾ ਨਾਲ ਤੁਸੀਂ ਗੱਲਬਾਤ ਕਰੋ ਤੇ ਉਹਨਾਂ ਤੋਂ ਇਹ ਪੁੱਛੋ ਕਿ ਜੇਕਰ ਕਿਸੇ ਨੇ ਬਾਹਰ ਜਾ ਕੇ ਵਿਆਹ ਦੇ ਨਾਂ ਦੇ ਉੱਤੇ ਬਾਹਰ ਜਾਣਾ ਤਾਂ ਉਹਨਾਂ ਦੇ ਮਨ ਦੇ ਵਿੱਚ ਜਿਹੜੀਆਂ ਸ਼ੰਕਾਵਾਂ ਨੇ ਉਹ ਉਸ ਨੂੰ ਕਿਵੇਂ ਦੂਰ ਕਰਨ। ਅੱਜ ਅਸੀਂ ਇੱਕ ਵਾਰ ਫੇਰ ਹਾਜ਼ਰ ਹੋਏ ਹਾਂ ਸਰਦਾਰ ਹਰਜਿੰਦਰ ਸਿੰਘ ਸੇਖੋਂ ਹੋਣਾ ਦੇ ਕੋਲ, ਜਿਨ੍ਹਾਂ ਤੋਂ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜੇਕਰ ਕਿਸੇ ਨੇ ਵਿਆਹ ਕਰਵਾ ਕੇ, ਕਿਸੇ ਨੌਜਵਾਨ ਨੇ ਵਿਆਹ ਕਰਵਾ ਕੇ, ਕਿਸੇ ਮਾਪਿਆਂ ਨੇ ਆਪਣੇ ਬੱਚਿਆਂ ਦਾ ਵਿਦੇਸ਼ ਵਿੱਚ ਵਿਆਹ ਕਰਨਾ ਹੈ, ਬਾਹਰੋਂ ਕੋਈ ਆਇਆ ਹੋਇਆ ਵਿਆਹ ਕਰਨ ਲਈ, ਤਾਂ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਤੇ ਕੀ ਉਹ ਕਿੱਥੇ ਜਾ ਕੇ ਪਤਾ ਕਰਨ ਤਾਂ ਕਿ ਉਹ ਜਿਹੜਾ ਉਹਨਾਂ ਦੀ ਅਸਲੀਅਤ, ਜਿਹੜੇ ਬਾਹਰੋਂ ਜਿਹੜੇ ਬੰਦੇ ਇੱਥੇ ਆਏ ਹੋਣ ਉਹਨਾਂ ਦੀ ਅਸਲੀਅਤ ਸਾਡੇ ਸਾਹਮਣੇ ਆ ਸਕੇ। ਆਓ ਜਾਣਦੇ ਹਾਂ। ਸੇਖੋਂ ਸਾਹਿਬ, ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਕੁਲਵੰਤ ਸਿੰਘ, ਤੁਹਾਡੇ ਦਰਸ਼ਕਾਂ ਦਾ ਵੀ ਸਤਿ ਸ਼੍ਰੀ ਅਕਾਲ। ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਮੈਨੂੰ ਦੂਸਰੀ ਵਾਰ ਮੌਕਾ ਦਿੱਤਾ ਬੋਲਣ ਦਾ, ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੁਹਾਡਾ। ਥੈਂਕ ਯੂ ਵੈਰੀ ਮੱਚ। ਸੇਖੋਂ ਸਾਹਿਬ, ਜਿਵੇਂ ਕਿ ਆਪਾਂ ਗੱਲ ਦੀ ਸ਼ੁਰੂਆਤ ਕੀਤੀ ਸੀ ਕਿ ਵਿਦੇਸ਼ਾਂ ਦੇ ਵਿੱਚ ਸੈਟਲ ਹੋਣ ਲਈ ਜਿਹੜੀ ਚਾਹਤ ਰੱਖਦੇ ਨੇ, ਪਿਛਲੇ ਸਮੇਂ ਦੌਰਾਨ ਤੁਸੀਂ ਜਦੋਂ ਆਏ ਸੀਗੇ ਤੇ ਉਦੋਂ ਤੁਸੀਂ ਇਹ ਸਾਨੂੰ ਜਾਣਕਾਰੀ ਦਿੱਤੀ ਸੀ ਕਿ ਪੜ੍ਹਾਈ ਦੇ ਨਾਮ ਦੇ ਉੱਤੇ ਜਿਹੜੇ ਬੱਚੇ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਕਿਹੜੀਆਂ ਜ਼ਰੂਰਤਾਂ ਨੇ ਉਹਨਾਂ ਦੀਆਂ ਉੱਥੇ ਵਾਸਤੇ, ਤੇ ਕੀ ਉਹ ਸਰਕਾਰ ਜਿਹੜੀ ਉੱਥੇ ਦੀ ਉਹ ਕੀ ਮੰਗ ਰੱਖਦੀ ਹੈ। ਹੁਣ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਡੇ ਤੋਂ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਜੇਕਰ ਕਿਸੇ ਨੇ
ਵਿਆਹ ਕਰਵਾ ਕੇ ਵਿਦੇਸ਼ ਵਿੱਚ ਸੈਟਲ ਹੋਣਾ ਹੈ, ਕਿਸੇ ਨੌਜਵਾਨ ਨੇ, ਚਾਹੇ ਉਹ ਮੁੰਡਾ ਹੈ ਚਾਹੇ ਕੁੜੀ ਹੈ, ਵਿਆਹ ਕਰਵਾਉਣਾ ਹੈ, ਬਾਹਰੋਂ ਕੋਈ ਆਇਆ ਹੋਇਆ ਇੱਥੇ, ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਉਹ ਬਾਹਰ ਜਿਹੜੇ ਨੇ, ਜਿਹੜਾ ਬੰਦਾ ਬਾਹਰੋਂ ਆਇਆ ਇੱਥੇ ਵਿਆਹ ਕਰਾਉਣ ਲਈ, ਉਹ ਕੀ ਵਾਕਈ ਹੀ ਉਹ ਇੱਥੋਂ ਮੁੰਡਾ ਜਾਂ ਕੁੜੀ ਨੂੰ ਲਿਜਾ ਸਕਦਾ ਜਾਂ ਫਿਰ ਉਹ ਫੇਕ ਹੈ, ਅਸਲੀ ਹੈ, ਨਕਲੀ ਹੈ, ਕਿਸ ਤਰ੍ਹਾਂ ਦਾ ਬੰਦਾ ਉਹ, ਇਹ ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਜੀ? ਕੁਲਵੰਤ ਜੀ, ਬਾਹਰ ਸੈਟਲ ਹੋਣ ਦਾ, ਖਾਸ ਕਰਕੇ ਯੂਰਪ 'ਚ ਤਾਂ 3 ਤਰੀਕੇ ਆ ਕਿ ਤੁਸੀਂ ਪੜ੍ਹਨ ਗਏ ਹੋ, ਪੜ੍ਹ ਕੇ ਆਪਦੀ ਪੜ੍ਹਾਈ ਪੂਰੀ ਕਰਕੇ ਉਦੋਂ ਬਾਅਦ ਤੁਹਾਨੂੰ ਕੋਈ ਜੌਬ ਲੈਟਰ ਮਿਲ ਜਾਂਦਾ ਤੇ ਤੁਸੀਂ ਉਹਦੇ ਬੇਸ 'ਤੇ ਉੱਥੇ ਪੱਕੇ ਹੋ ਸਕਦੇ ਹੋ। ਨੰਬਰ 2 ਜਿਹੜਾ ਹੈਗਾ ਉਹ ਕਿਸੇ ਇੰਪਲੋਇਮੈਂਟ ਤੁਹਾਨੂੰ ਮਿਲ ਜਾਂਦੀ ਕਿਸੇ ਫੋਰਮਨ ਨੂੰ, ਤੁਸੀਂ ਉਹ ਇੱਥੋਂ ਸੱਦਦੇ ਆ, ਭਾਵੇਂ ਤੁਸੀਂ ਕੋਈ ਡਿਜ਼ਾਈਨਰ ਹੋ ਜਾਂ ਹੋਰ ਕੋਈ ਹੋ ਜਿਹਦੀ ਉੱਥੇ ਜਰਮਨ 'ਚ ਲੋੜ ਹੈ, ਉਹ ਤੁਹਾਨੂੰ ਅਪਾਇੰਟਮੈਂਟ ਲੈਟਰ ਥਰੂ ਅੰਬੈਸੀ ਦਿੰਦੀ ਆ ਤੇ ਤੁਸੀਂ ਉੱਥੇ ਜਾ ਕੇ ਸੈਟਲ ਹੋ ਸਕਦੇ ਹੋ ਤੇ ਕੋਈ ਪ੍ਰੋਬਲਮ ਨਹੀਂ। ਉਹਦੇ ਉਹ ਇੰਨਾ ਔਖ ਨਹੀਂ ਹੈ, ਦੋਨੋਂ ਹੀ ਚੀਜ਼ਾਂ ਔਖੀਆਂ ਨੇ। ਸਟੂਡੈਂਟ ਤੋਂ ਬਾਅਦ ਕੰਪਲੀਟ ਕਰਕੇ ਤੁਹਾਡੀ ਐਜੂਕੇਸ਼ਨ ਤੇ ਅਪਾਇੰਟਮੈਂਟ ਲੈਟਰ ਨੇ। ਉਹ ਤੀਸਰਾ ਸਭ ਤੋਂ ਜਿਹੜਾ ਤਰੀਕਾ ਹੈਗਾ ਮੈਰਿਜ ਬੇਸ 'ਤੇ, ਲੜਕੀਆਂ ਇੱਥੇ ਹੁੰਦੀਆਂ, ਲੜਕੇ ਉੱਥੇ ਹੁੰਦੇ ਆ, ਜਾਂ ਲੜਕੀ ਉੱਥੋਂ ਪੈਦਾ ਹੋਈ ਹੈ ਜਾਂ ਦੇਰ ਤੋਂ ਰਹਿੰਦੀ ਹੈ ਤੇ ਉਹਦੇ ਲਈ ਲੜਕੇ ਨੇ ਉੱਥੇ ਜਾਣਾ ਹੁੰਦਾ। ਇਹ 3 ਤਰੀਕੇ ਹੈਗੇ ਯੂਰਪ ਵਿੱਚ ਸੈਟਲ ਹੋਣ ਦੇ, ਪਰ ਇਹਦੇ 'ਚ ਡਿਫਰੈਂਟ ਰੂਲ ਐਂਡ ਰੈਗੂਲੇਸ਼ਨਸ ਨੇ ਜਿਨ੍ਹਾਂ ਨੂੰ ਫਾਲੋ ਕਰਨਾ ਬਹੁਤ ਜ਼ਰੂਰੀ ਹੈ ਉਸ ਕੰਟਰੀ ਦੇ ਮੁਤਾਬਕ। ਮੈਂ ਮਾਫ ਕਰਨਾ, ਮੈਂ ਇਹੀ ਤੁਹਾਨੂੰ ਪੁੱਛਣ ਲੱਗਿਆ ਸੀ ਕਿ ਕਿਹੜੇ ਰੂਲਸ ਨੇ ਜਿਨ੍ਹਾਂ ਨੂੰ ਆਪਾਂ ਨੂੰ ਫੋਲੋ ਕਰਨਾ ਪੈਣਾ ਤਾਂ ਜਾ ਕੇ ਕਿਤੇ ਉਹ ਉੱਥੇ, ਜੇਕਰ ਵਿਦੇਸ਼ 'ਚ ਜਾ ਕੇ ਵਿਆਹ ਦੇ ਬੇਸ ਦੇ ਉੱਤੇ ਸੈਟਲ ਹੋਣ ਦੀ ਚਾਹਤ ਰੱਖਣ ਵਾਲਾ ਸਾਡਾ ਨੌਜਵਾਨ ਹੈਗਾ, ਚਾਹੇ ਉਹ ਮੁੰਡਾ ਹੈ ਚਾਹੇ ਕੁੜੀ ਹੈ, ਕਿਹੜੇ ਜਿਹੜੀਆਂ ਰਿਕੁਆਇਰਮੈਂਟਸ ਨੇ ਜਿਹੜੀਆਂ ਉਹਨਾਂ ਨੂੰ ਪੂਰੀਆਂ ਕਰਨੀਆਂ ਪੈਣੀਆਂ? ਦੇਖੋ, ਦੂਸਰੀਆਂ ਰਿਕੁਆਇਰਮੈਂਟਸ ਤਾਂ ਨਾਰਮਲ ਨੇ, ਪਰ ਮੈਰਿਜ ਦੀ ਰਿਕੁਆਇਰਮੈਂਟਸ ਜਿਹੜੀ ਥੋੜ੍ਹੀ ਡਿਫੀਕਲਟ ਹੈਗੀ। ਜੇ ਮੁੰਡਾ ਫਰਜ਼ ਕਰੋ ਯੂਰਪ 'ਚ ਕਿਸੇ ਕੰਟਰੀ ਦੇ ਵਿੱਚ ਸੈਟਲਡ ਹੈਗਾ, ਜਾਂ ਉਹ ਕਿਸੇ ਵਰਕ ਪਰਮਿਟ 'ਤੇ, ਜਾਂ ਇਟਲੀ, ਫਰਾਂਸ, ਬੈਲਜੀਅਮ ਜਾਂ ਜਰਮਨੀ ਜਾਂ ਇਟਲੀ ਦੇ ਵਿੱਚ ਉਹ ਵਰਕ ਕਰ ਰਿਹਾ, ਉਹਨੂੰ ਕਈ ਵਾਰੀ ਇਹ ਹੁੰਦਾ ਕਿ ਉੱਥੇ ਉਹਦੀ ਲੋੜ ਹੁੰਦੀ ਹੈ, ਉਹਨੂੰ ਉਹ ਵਰਕ ਪਰਮਿਟ ਮਿਲ ਜਾਂਦਾ ਕਿ ਤੂੰ ਇੱਥੇ ਕੰਮ ਕਰ ਸਕਦਾ 2 ਸਾਲ ਲਈ, 4 ਸਾਲ ਲਈ, ਔਰ ਉਹਦੇ ਲਈ ਇੱਕ ਕਾਰਡ ਇਸ਼ੂ ਹੋ ਜਾਂਦਾ ਜਿਹਦੇ ਬੇਸ 'ਤੇ ਉਹ ਇੰਡੀਆ ਆ ਸਕਦਾ, ਜਾ ਸਕਦਾ, ਉਹਨੂੰ ਕੋਈ ਪ੍ਰੋਬਲਮ ਨਹੀਂ। ਉਹ ਇੰਡੀਆ ਆ ਕੇ ਵਿਆਹ ਵੀ ਕਰਾ ਸਕਦਾ, ਪਰ ਉਹ ਉਸ ਲੜਕੀ ਨੂੰ ਉਨੀ ਦੇਰ ਤੱਕ ਨਹੀਂ ਲਿਜਾ ਸਕਦਾ ਜਿੰਨੀਆਂ ਉਸ ਕੰਟਰੀ ਦੀਆਂ ਉਹ ਕੰਡੀਸ਼ਨਸ ਪੂਰੀਆਂ ਨਹੀਂ ਕਰਦਾ। ਜਿਵੇਂ ਉਹਦੀ ਤਨਖਾਹ ਜਿਹੜੀ 1500 ਯੂਰੋ ਤੋਂ ਵੱਧ ਹੋਵੇ ਔਰ ਕੁਝ ਮਹੀਨਿਆਂ ਲਈ ਹੋਵੇ, ਲਗਾਤਾਰ 1 ਸਾਲ, ਕਈ ਕੰਟਰੀਆਂ ਦੀ, ਕਈਆਂ ਦੀ 3 ਮਹੀਨੇ ਆ, ਕਈਆਂ ਦੀ 6 ਮਹੀਨੇ ਆ, ਕਈਆਂ ਦੀ 1 ਸਾਲ ਆ। ਇਸੇ ਤਰ੍ਹਾਂ ਜਰਮਨ ਵਿੱਚ ਲੈਂਗੁਏਜ ਆਉਣਾ ਕੁੜੀ ਨੂੰ ਜ਼ਰੂਰੀ ਹੈ ਜੇ ਉਹਨੇ ਉੱਥੇ ਜਾਣਾ। ਨੰਬਰ 2 ਉਹਦੇ ਕੋਲੇ ਘਰ-ਬਾਰ ਹੋਣਾ ਚਾਹੀਦਾ ਜੇ ਕੋਲੇ ਇੰਡੀਅਨ ਪਾਸਪੋਰਟ ਆ। ਨੰਬਰ 2 ਯਾਨੀ ਕਿ ਮਾਫ ਕਰਨਾ, ਘਰ-ਬਾਰ ਹੋਣਾ ਜ਼ਰੂਰੀ ਹੈ ਜੇਕਰ ਕੁੜੀ ਨੇ ਉਹ ਕੁੜੀ ਨੂੰ ਉਹਨੇ ਇੱਥੋਂ ਵਿਆਹ ਕਰਾ ਕੇ ਲੈ ਜਾਣਾ, ਘਰ ਹੋਣਾ ਜ਼ਰੂਰੀ ਹੈ। ਘਰ, ਤਨਖਾਹ, ਤਾਂ ਕਿ ਉਸ ਨੂੰ ਫੀਡ ਕਰ ਸਕੇ, ਉਹ ਜ਼ਰੂਰੀ। ਆਪਣਾ ਘਰ ਹੋਣਾ ਚਾਹੀਦਾ, ਕਿਰਾਏ ਤੇ ਵੀ ਚੱਲ ਨਹੀਂ, ਕਿਰਾਏ ਤੇ ਹੋਵੇ, ਭਾਵੇਂ ਬੇਸ਼ੱਕ ਉਹ ਕਿਰਾਇਆ ਦਿੰਦਾ ਹੋਵੇ, ਤਾਂ ਕਿ 2 ਜਣੇ ਦੇ ਰਹਿਣ ਲਈ ਉਹ ਸਫੀਸ਼ੀਐਂਟ ਅਕਮੋਡੇਸ਼ਨ ਹੋਵੇ। ਇੱਕ ਤਨਖਾਹ ਹੋਊਗੀ, ਇੱਕ ਉਹਦੀ ਜਿਹੜੀਆਂ 3 ਮਹੀਨੇ ਜਾਂ 6 ਮਹੀਨੇ ਦੀਆਂ ਜਿਹੜੀਆਂ ਪੇ ਸਲਿਪਸ ਨੇ ਉਹ ਉਹਦੇ ਕੋਲ ਹੋਣੀਆਂ ਚਾਹੀਦੀਆਂ, ਉਹ ਇੱਥੇ ਮਾਂ ਪਿਓ ਨੂੰ ਦੇਖਣੀਆਂ ਚਾਹੀਦੀਆਂ ਤੇ ਤਾਂ ਉਹਦੀ ਵੈਰੀਫਿਕੇਸ਼ਨ ਹੁੰਦੀ। ਫਿਰ ਉਹਦੇ ਕੋਲ ਪਾਸਪੋਰਟ ਤੇ ਦੇਖੋ ਵੀ ਉਹ ਪਾਸਪੋਰਟ ਉਹਦੇ ਕੋਲ ਹੈਗਾ, ਉਹ ਉੱਥੇ ਉਹ ਰਹਿ ਸਕਦਾ, ਕਿੰਨੀ ਦੇਰ ਰਹਿ ਸਕਦਾ, ਕਾਰਡ ਦੇ ਉੱਤੇ ਲਿਖਿਆ ਹੁੰਦਾ ਹਰ ਇੱਕ ਚੀਜ਼, 2 ਸਾਲ ਲਈ, 5 ਸਾਲ ਲਈ, ਜਾਂ ਕਿੰਨੀ ਦੇਰ, ਉਹ ਵੱਧਦੇ ਘਟਦੇ ਰਹਿੰਦੇ। ਤੋ ਇਹ ਕੰਡੀਸ਼ਨਸ ਜੇ ਉਹ ਤੁਸੀਂ ਕਵਰ ਨਹੀਂ ਕਰਦੇ ਤੇ ਇਹਦੀ ਪ੍ਰੋਬਲਮ ਜਿਹੜੀ ਹੈਗੀ ਹੈ ਇੰਡੀਆ 'ਚ ਅੱਜ ਕੱਲ੍ਹ ਬਹੁਤ ਕੁਝ ਆ ਰਿਹਾ। ਮੈਂ ਕਰੋਨਾ ਦੇ ਦੌਰਾਨ ਇੱਥੇ ਆ ਕੇ ਫਸ ਗਿਆ ਔਰ 5 ਮਹੀਨੇ ਨੂੰ ਹੋ ਗਏ ਤੇ ਕਾਫੀ ਕੁਝ ਦੇਖਿਆ ਕਿ ਲੋਕ ਕਿੰਨਾ ਕੁਝ ਕਰ ਰਹੇ ਆ, ਕਿੰਨਾ ਕੁਝ ਹੋ ਰਿਹਾ, ਔਰ ਉਹਦੇ ਲਈ ਕੋਈ ਇਨਕੁਆਇਰੀ ਨਹੀਂ ਕਰਦੇ, ਕੁਝ ਵੇਖਦੇ ਨਹੀਂ। ਤੇ ਫਿਰ ਮੈਂ ਅਕਸਰ ਪਿਛਲੇ ਹਫਤੇ ਦੇਖਿਆ, ਕੁਝ ਇੰਟਰਵਿਊਜ਼ ਦੇਖੀਆਂ ਲੜਕੀਆਂ ਦੀਆਂ, ਤੇ ਬੜਾ ਦੁੱਖ ਹੋਇਆ ਕਿ ਪਹਿਲਾਂ ਉਹਨਾਂ ਨੂੰ ਮਾਂ ਪਿਓ ਨੇ ਇਨਕੁਆਇਰ ਨਹੀਂ ਕੀਤਾ ਕਿ ਬੱਚੇ ਨੂੰ ਅਸੀਂ ਮੈਰਿਜ ਕਰ ਰਹੇ ਹਾਂ ਤੇ ਉਹ ਉੱਥੋਂ ਵਾਲੇ ਲੜਕੇ ਦੀ ਕੀ ਪੋਜੀਸ਼ਨ ਆ। ਸੋ ਇਸ ਤਰ੍ਹਾਂ ਸਭ ਕੁਝ ਪਹਿਲਾਂ ਪੁੱਛਣਾ, ਇਹਦੇ ਲਈ ਕੋਈ ਹੱਲ ਹੋ ਸਕਦਾ, ਕੋਈ ਇੰਨਾ ਔਖਾ ਨਹੀਂ ਗਾ। ਕੋਈ ਬੰਦਾ ਉਸ ਤੁਹਾਡਾ ਰਿਸ਼ਤੇਦਾਰ, ਕੋਈ ਦੋਸਤ ਜਾਂ ਹੋਰ ਰਹਿੰਦਾ, ਉਸ ਤੋਂ ਵੀ ਤੁਸੀਂ ਪੁੱਛ ਸਕਦੇ ਹੋ। ਤੇ ਦੁਨੀਆ ਬਹੁਤ ਛੋਟੀ ਆ, ਬਹੁਤ ਵੱਡੀ ਨਹੀਂ, ਅੱਜ ਕੱਲ੍ਹ ਹਰ ਚੀਜ਼ ਦਾ ਪਤਾ ਲੱਗ ਜਾਂਦਾ। ਅੱਛਾ, ਮਾਫ ਕਰਨਾ, ਮੈਂ ਤੁਸੀਂ ਪੜਤਾਲ ਦੀ ਗੱਲ ਕੀਤੀ ਹੈ ਹੁਣੇ, ਤੁਸੀਂ ਇਹ ਕਿਹਾ ਵੀ ਪੜਤਾਲ ਕਰ ਲੈਣੀ ਚਾਹੀਦੀ ਹੈ। ਸਾਰੇ ਮਾਂ-ਬਾਪ ਨੂੰ ਜਿਹੜਾ ਫਿਕਰ ਹੁੰਦੀ ਹੈ ਕਿ ਅਸੀਂ ਪੜਤਾਲ ਕਰਕੇ ਜਾਈਏ, ਪਰ ਅਕਸਰ ਜਿਹੜਾ ਉਹ ਜਿਹੜੇ ਵਿਦੇਸ਼ ਜਾਣ ਦੀ ਚਾਹਤ ਤੇ ਉੱਥੇ ਸੈਟਲ ਹੋਣ ਦਾ ਜਿਹੜਾ ਅੱਖਾਂ ਦੇ ਉੱਤੇ ਜਿਹੜਾ ਪਰਦਾ ਪੈ ਜਾਂਦਾ, ਉਸ ਕਰਕੇ ਉਹ ਜਿਹੜੀ ਆ ਉਹ ਕਈ ਵਾਰ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਨੇ। ਪਰ ਜਿਹੜੇ ਮਾਪੇ ਚਾਹਤ ਰੱਖਦੇ ਨੇ ਕਿ ਅਸੀਂ ਪੜਤਾਲ ਕਰੀਏ, ਪਰ ਉਹਨਾਂ ਕੋਲ ਕੋਈ ਸਾਧਨ ਨਹੀਂ ਹੁੰਦਾ ਵੀ ਅਸੀਂ ਪੜਤਾਲ ਕਰੀਏ ਕਿੱਥੇ, ਉਹਨਾਂ ਲਈ ਕੀ ਕਹਿਣਾ ਚਾਹੋਗੇ? ਪੜਤਾਲ ਦੇ ਲਈ ਇਹ ਤਰੀਕਾ, ਜਿਵੇਂ ਹੁਣ ਤੁਹਾਨੂੰ ਮੈਂ ਦੱਸ ਰਿਹਾ, ਤੁਹਾਡਾ ਆਮ ਲੋਕਾਂ ਕੋਲੇ ਚਲੀ ਜਾਣਾ ਚੈਨਲ ਨੇ, ਤੇ ਤੁਹਾਨੂੰ ਉਹ ਫੋਨ ਕਰਕੇ ਮੈਨੂੰ ਪੁੱਛ ਸਕਦੇ। ਫਰਜ਼ ਕਰੋ ਜੇ ਮੈਂ ਜਿਹੜੇ ਸ਼ਹਿਰ 'ਚ ਮੈਂ ਰਹਿਣਾ, ਜੇ
ਤੇ ਉੱਥੋਂ ਮੈਂ ਉਹਨੂੰ ਪੁੱਛ ਕੇ ਦੱਸਦਾ ਭਾਈ ਇਹ ਕਿੰਨੀ ਹੈ, ਇੱਕ ਭਲੇ ਦੀ ਗੱਲ ਹੈਗੀ ਹੈ। ਨਹੀਂ, ਤੁਸੀਂ ਚੈਨਲ ਦੇ ਉੱਤੇ ਕਹਿ ਰਹੇ ਹੋ ਕਿ ਮੈਨੂੰ ਤੁਸੀਂ ਫੋਨ ਕਰ ਸਕਦੇ ਹੋ, ਮੈਨੂੰ ਉਹ ਸੰਪਰਕ ਕਰ ਸਕਦੇ ਨੇ ਯੂਰਪ ਦੇ ਵਿੱਚ ਜੇਕਰ ਕਿਸੇ ਵੀ ਪਾਸੇ ਪੜਤਾਲ ਕਰਨੀ ਹੋਵੇ, ਤੁਸੀਂ ਉਹਦੇ ਲਈ ਤਿਆਰ ਹੋ? ਮੈਂ ਜਿੰਨਾ ਕੁ ਮੈਂ ਕਰ ਸਕਦਾ ਹੋਇਆ ਮੈਂ ਉਹਨੇ ਲਈ ਤਿਆਰ ਹਾਂ, ਤਾਂ ਕਿ ਕਿਸੇ ਨਾਲ ਧੋਖਾ ਨਾ ਹੋਵੇ, ਇੰਨੇ ਮਾਂ ਪਿਓ ਇੰਨੇ ਲੁੱਟੇ ਨਾ ਜਾਣ। ਇਹਦੇ 'ਚ ਕੋਈ ਦੋ ਰਾਇ ਨਹੀਂ ਮੈਂ ਕਰ ਸਕਦਾ, ਕਿਉਂਕਿ ਜੇ ਮੈਨੂੰ ਪਤਾ ਹੋਵੇ ਤਾਂ ਉਸ ਲੜਕੇ ਨਾਲ ਵੀ ਕੰਟੈਕਟ ਕੀਤਾ ਹੈ। ਜੇ ਉਹ ਗਲਤ ਕਰਦਾ ਹੋਵੇ ਤਾਂ ਉਹਨੂੰ ਰੋਕਿਆ ਵੀ ਜਾ ਸਕਦਾ ਕਿ ਤੂੰ ਆ ਕਿਉਂ ਕਰ ਰਿਹਾ, ਮਾਂ ਪਿਓ ਨੂੰ ਦੱਸਿਆ ਵੀ ਜਾ ਸਕਦਾ ਕਿ ਗਲਤ ਹੁੰਦਾ। ਜਾਂ ਕੋਈ ਚੀਜ਼ ਹੈ ਉਹ ਜੀ ਬਣਾ ਦਿੱਤੀ ਜਾਵੇ, ਚੈਨਲ ਨੇ ਕੋਈ ਚੈਨਲ ਆਪਦਾ ਨੰਬਰ ਦੇਵੇ, ਉਹਦੇ ਤੋਂ ਪੁੱਛ ਲੈਣ। ਤਾਂ ਕੁਛ ਨਾ ਕੁਛ ਤਾਂ ਕਰਨਾ ਹੀ ਚਾਹੀਦਾ ਤਾਂ ਕਿ ਜੋ ਕੁਛ ਹੋ ਰਿਹਾ ਇਹ ਨਾ ਹੋਵੇ। ਜੋ ਕੁਝ ਕਿੰਨੇ ਹਜ਼ਾਰ ਲੜਕੀਆਂ ਪੰਜਾਬ ਦੇ ਵਿੱਚ ਹੈਗੀਆਂ, ਸਿਰਫ ਪੰਜਾਬ ਦੇ ਵਿੱਚ, ਜਿਨ੍ਹਾਂ ਨੂੰ ਕੋਈ 8-8 10-10 ਸਾਲ ਇੱਥੇ ਰਹਿੰਦੀਆਂ ਹੋ ਗਈ, ਸ਼ਾਦੀ ਹੋ ਗਈ, ਬੱਚੇ ਹੋ ਗਏ, ਤੇ ਉਹਨਾਂ ਦਾ ਫਿਊਚਰ ਕੁਛ ਵੀ ਨਹੀਂ ਹੈਗਾ, ਕਿਉਂਕਿ ਬੱਚੇ ਉੱਥੋਂ ਵਾਲੇ ਲੜਕਿਆਂ ਕੋਲੇ ਪਰਮਾਨੈਂਟ ਜਿਹੜਾ ਰੈਜ਼ੀਡੈਂਸ ਹੈਗੀ ਆ ਉਹ ਹੈ ਨਹੀਂ ਗੀ, ਤਨਖਾਹ ਹੈ ਨਹੀਂ ਗੀ, ਮਕਾਨ ਗੇ, ਕੰਮ ਜ਼ਰੂਰ ਉਹ ਕਰਦੇ ਆ, ਪੈਸੇ ਭੇਜੀ ਜਾਂਦੇ ਰਹਿੰਦੇ ਆ, ਇਹਦੇ 'ਚ ਕੋਈ ਸ਼ੱਕ ਨਹੀਂ। ਜੇ ਸੋ ਮੇਰਾ ਇਹ ਕਹਿਣ ਦਾ ਭਾਵ ਇਹ ਹੈ ਕਿ ਜੇ ਤੁਸੀਂ ਫੋਰਨ ਯੂਰਪ 'ਚ ਜਾਣਾ ਹੈ ਤਾਂ ਪੱਕੇ ਪੈਰੀਂ ਜਾਓ, ਜਿਹਦੇ ਨਾਲ ਤੁਹਾਡਾ ਕੋਈ ਬੇਸ ਹੋਵੇ ਕਿ ਤੁਸੀਂ ਜਾ ਰਹੇ ਆ, ਤਾਂ ਤੁਹਾਡੀ ਜੇ ਤੁਸੀਂ ਵਿਆਹ ਕਰਾਇਆ ਤਾਂ ਪਿੱਛੇ ਵੀ ਤੁਹਾਡੇ ਕੋਈ ਆ ਸਕੇ, ਹੈ ਨਾ। ਇਹ ਮੇਰਾ ਆਪਣਾ ਓਪੀਨੀਅਨ ਹੈ ਕਿ ਗਲਤ ਤਰੀਕਿਆਂ ਨਾਲ ਗਲਤ ਪੈਸੇ ਲਾ ਕੇ ਗਲਤ ਏਜੰਟਾਂ ਦੇ ਹੱਥ ਚੜ੍ਹ ਕੇ ਨਹੀਂ ਜਾਣਾ ਚਾਹੀਦਾ ਗਾ, ਤਾਂ ਕਿ ਉੱਥੇ ਜਾ ਕੇ ਬੜੀ ਬੁਰੀ ਹਾਲਤ ਹੁੰਦੀ ਆ। ਉੱਥੇ ਜਾ ਕੇ ਪਤਾ ਲੱਗਦਾ ਵੀ ਕਿੰਨੇ ਜਿਹੜੇ ਬੱਚੇ ਆ ਉਹ ਉੱਥੇ ਸਫ਼ਰ ਕਰਦੇ ਆ, ਪਿੱਛੇ ਮਾਂ ਪਿਓ ਸਫ਼ਰ ਕਰਦੇ। ਸੋ ਇਹੋ ਜਿਹੀ ਹਾਲਾਤ ਨਹੀਂ ਹੋਣੀ ਚਾਹੀਦੀ, ਮੇਰਾ ਆਪਣਾ ਓਪੀਨੀਅਨ ਹੈ। ਅੱਛਾ ਸੇਖੋਂ ਸਾਹਿਬ, ਤੁਸੀਂ ਇੱਕ ਗੱਲ ਕੀਤੀ ਹੈ ਵੀ ਹਾਲਾਤਾਂ ਮਾੜੀਆਂ ਹੁੰਦੀਆਂ ਨੇ, ਉੱਥੇ ਜਾ ਕੇ ਜਿਹੜੇ ਪੜਤਾਲ ਕਰਕੇ ਨਹੀਂ ਜਾਂਦੇ ਅਕਸਰ ਫਸ ਜਾਂਦੇ ਨੇ। ਕੁਝ ਕਿੱਸੇ ਤੁਹਾਡੇ ਕੋਲ ਵੀ ਆਏ ਹੋਣੇ, ਕੋਈ ਇਸ ਤਰ੍ਹਾਂ ਦਾ ਕੋਈ ਕਿੱਸਾ ਹੈ ਤੁਹਾਡੇ ਦਿਮਾਗ 'ਚ ਜਿਹੜਾ ਬਹੁਤ ਜ਼ਿਆਦਾ ਵਰਸਟ ਕੰਡੀਸ਼ਨ 'ਚ ਹੋਵੇ, ਮਾੜੀ ਹਾਲਤ ਦੇ ਵਿੱਚ ਹੋਵੇ ਤੇ ਤੁਸੀਂ ਉਹਦੀ ਮਦਦ ਕੀਤੀ ਹੋਵੇ? ਇਹ ਕਿਸੇ ਬਹੁਤ ਹੁੰਦੇ ਜਿਹੜੇ ਕੁੜੀਆਂ ਨੂੰ ਵਿਆਹ ਕਰਾਈਆਂ ਨੂੰ 11-11 ਸਾਲ ਦੇ। ਮੇਰੇ ਕੋਲ ਇੱਕ ਕੇਸ ਹੈ ਜਿਹੜਾ 11 'ਚ ਮੈਰਿਜ ਹੋਈ ਤੇ ਕੁੜੀ ਅੱਜ ਤੱਕ ਇੱਥੇ ਬੈਠੀ ਹੈ, ਤੇ ਕੁੜੀ ਉਹ ਇੱਥੇ ਹੀ ਆ, ਬੱਚਾ ਵੀ ਹੋ ਗਿਆ ਕਿੰਨੇ ਸਾਲਾਂ ਦੇਖ ਲਓ, 12 'ਚ ਬੱਚਾ ਹੋ ਗਿਆ, 13 'ਚ, ਤੇ ਉਹ ਬੱਚਾ ਵੀ ਇੱਥੇ ਹੀ ਆ ਜਿੱਦਾਂ ਹੀ। ਤੇ ਉਹ ਜਦੋਂ ਜਾਣਗੇ ਕਿੰਨੇ ਸਾਲ ਲੱਗ ਗਏ ਉਹਨਾਂ ਨੂੰ ਇਸ ਪ੍ਰੋਸੈਸ ਦੇ ਵਿੱਚ, ਕਿਉਂਕਿ ਮੁੰਡੇ ਕੋਲੇ ਕੰਮ ਨਹੀਂ ਸੀ, ਮੁੰਡੇ ਕੋਲੇ ਪਾਸਪੋਰਟ ਨਹੀਂ ਸੀ, ਤੇ ਉਹ ਇਹ ਜਿਹੀਆਂ ਅੜਚਣਾਂ ਆ ਜਾਂਦੀਆਂ ਜਿਹਦੇ ਵਿੱਚ ਬੜਾ ਸਫ਼ਰ ਕਰਨਾ ਪੈਂਦਾ। ਜਦੋਂ ਉਹਦਾ ਧਿਆਨ ਰੱਖਣਾ ਚਾਹੀਦਾ, ਔਰ ਉਹਦਾ ਪਤਾ ਲਾਉਣਾ ਜਾਂ ਕਰਨਾ ਜਾਂ ਔਖਾ ਨਹੀਂ ਹੈਗਾ ਕੋਈ ਵੀ ਨਹੀਂ ਕੋਈ ਜਾਣਦਾ ਕਿਹੜਾ ਪਿੰਡ ਜਾਂ ਕਿਹੜਾ ਸ਼ਹਿਰ ਜਾਂ ਕਿਹੜੀ ਜਗ੍ਹਾ ਹੈਗੀ ਜਿੱਥੇ ਅੱਜ ਇੱਕ ਪਿੰਡ ਦੇ ਵਿੱਚੋਂ 2-2 4-4 ਬੰਦੇ ਨਹੀਂ ਗਏ, ਇੱਕ ਸ਼ਹਿਰ ਦੇ ਵਿੱਚੋਂ 20-20 ਬੰਦੇ ਨਾ ਤੁਹਾਨੂੰ ਉੱਥੇ ਆਉਣ। ਪੰਜਾਬ ਛੋਟਾ ਜਿਹਾ ਬਣ ਗਿਆ, ਛੋਟਾ ਜਿਹਾ ਹੀ ਹੈਗਾ, ਤੇ ਕਿੰਨੀ ਦੁਨੀਆ ਉੱਥੇ ਬਾਹਰ ਜਾ ਕੇ ਪਤਾ ਲੱਗਦਾ ਵੀ ਕਿੰਨੇ ਲੋਕ ਕਿੱਥੋਂ ਦਾ, ਫਲਾਣੇ ਪਟਿਆਲੇ ਦਾ ਜੀ, ਕਿੱਥੋਂ ਦਾ ਰਾਜਪੁਰੇ ਦਾ ਜੀ। ਤੇ ਫਿਰ ਕੀ ਔਖਾ ਜੇ ਪਟਿਆਲੇ ਦੇ ਬੰਦੇ ਨੂੰ ਲੱਭਣਾ ਹੋਵੇ, ਮੈਨੂੰ ਲੱਭਣਾ ਹੋਵੇ ਪਟਿਆਲੇ ਜੋ ਆ ਕੇ, ਤਾਂ ਤੁਹਾਨੂੰ ਬੜਾ ਸੌਖਾ ਹੈਗਾ, ਮਿੰਟ 'ਚ ਲੱਭ ਲਓਗੇ। ਇਸੇ ਤਰ੍ਹਾਂ ਦੂਜੇ ਕੰਟਰੀਆਂ 'ਚ ਵੀ ਔਖਾ ਨਹੀਂ ਹੈਗਾ। ਸੋ ਇਸ ਤਰ੍ਹਾਂ ਕਰਕੇ ਮਾਂ ਪਿਓ ਨੂੰ ਥੋੜ੍ਹਾ ਜਿਹਾ ਚਾਹੀਦਾ ਕਿ ਇੰਨੇ ਪੈਸੇ ਲਾਉਣ ਦੇ ਬੱਚੀ ਦਾ ਫਿਊਚਰ ਦੇਖਣ ਲਈ। ਪੜ੍ਹੀਆਂ ਲਿਖੀਆਂ ਕੁੜੀਆਂ ਕੋਈ ਐਸੀ ਨਹੀਂ ਵੀ ਨਹੀਂ ਪੜ੍ਹੀਆਂ ਲਿਖੀਆਂ। ਇੱਕ ਜਿਹੜੀ ਮੇਨ ਗੱਲ ਇਹ ਹੈ ਕਿ ਮਾਪੇ ਜਿਹੜੇ ਨੇ ਉਹ ਅੱਜ ਕੱਲ੍ਹ ਚਾਹਤ, ਮੁੰਡੇ ਜਿਹੜੇ ਨੇ ਬਹੁਤੇ ਪੜ੍ਹਾਈ ਦੇ ਵਿੱਚ ਅੱਗੇ ਨਹੀਂ ਹੈਗੇ, ਇਹ ਸਾਰਿਆਂ ਨੂੰ ਪਤਾ ਹੈ। ਮਾਪੇ ਜਿਹੜੇ ਨੇ ਉਹ ਕੁੜੀ ਲੱਭਦੇ ਨੇ ਜਿਹੜੀ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਹੁੰਦੀ ਆ, ਉਹਨੂੰ ਆਈਲੈਟਸ ਕਰਾਈ ਜਾਂਦੀ ਆ, ਉਹਨੂੰ ਪੂਰਾ ਦਾ ਪੂਰਾ ਜਿਹੜਾ ਉਹਦਾ ਖਰਚਾ ਦਿੱਤਾ ਜਾਂਦਾ ਵੀ ਇਹ ਬਾਹਰ ਜਾ ਕੇ ਪੜ੍ਹਾਈ ਦੇ ਨਾਂ 'ਤੇ ਬਾਹਰ ਜਾਏਗੀ, ਉੱਥੇ ਜਾ ਕੇ ਸੈਟਲ ਹੋਏਗੀ, ਤੇ ਮੁੰਡਾ ਸਾਡਾ ਉੱਥੇ ਬੁਲਾ ਕੇ ਸੈਟਲ ਕਰ ਲਏਗੀ। ਪਰ ਉਹ ਕੁੜੀ ਜਾ ਕੇ ਉੱਥੇ ਕੁਝ ਹੋਰ ਹੀ ਕਰ ਦਿੰਦੀ ਹੈ, ਉੱਥੇ ਜਾ ਕੇ ਮੁੱਕਰ ਜਾਂਦੀ ਹੈ, ਉਹ ਕਿਸੇ ਹੋਰ ਨਾਲ ਸੈਟਲ ਹੋ ਜਾਂਦੀ, ਉੱਥੇ ਜਾ ਕੇ ਵਿਆਹ ਕਰਾ ਲੈਂਦੀ। ਅਜਿਹੇ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ? ਸੋ ਇਹਦੇ ਦੋ ਲੀਗਲੀ ਤੌਰ 'ਤੇ 2 ਤਰੀਕੇ ਹੈਗੇ ਆ। ਇੱਕ ਤਾਂ ਐਗਰੀਮੈਂਟ ਕੀਤਾ ਜਾਵੇ ਉਸ ਨੂੰ ਪੈਸੇ ਦੇਣ ਦਾ, ਨੰਬਰ 1। ਨੰਬਰ 2, ਉਹਦੀ ਪਰਮਾਨੈਂਟ ਮੈਰਿਜ ਕਰ ਦਿੱਤੀ ਜਾਵੇ। ਜੇ ਉਹ ਇੰਟਰਸਟਡ ਇੰਨੇ ਪੈਸੇ ਲੈ ਕੇ ਬਾਹਰ ਕੁੜੀ ਜਾ ਕੇ, ਕੁੜੀ ਦੇ ਬੇਸ 'ਤੇ ਮੁੰਡੇ ਨੇ ਪੱਕੇ ਹੋਣਾ, ਤੇ ਜਦੋਂ ਮੈਰਿਡ ਹੋ ਗਈ, ਮੈਰਿਜ ਹੋ ਗਈ ਉਹ ਕੁੜੀ ਦੀ ਇੱਥੇ, ਤੇ ਉਹ ਬਾਹਰ ਮੈਰਿਜ ਨਹੀਂ ਕਰਾ ਸਕਦੀ ਜਿੰਨੀ ਦੇਰ ਉਹਦੇ ਨਾਲ ਉਹ ਡਾਈਵੋਰਸ ਨਹੀਂ ਉਹਦਾ ਹੁੰਦਾ ਗਾ। ਤੇ ਨੰਬਰ 2, ਜੇ ਐਗਰੀਮੈਂਟ ਫਰਜ਼ ਕਰੋ ਹਸਬੈਂਡ ਵਾਈਫ ਹੋ ਗਏ, ਉਹ ਪੈਸੇ ਦਿੰਦੇ ਉਹਨੂੰ 23 ਲੱਖ 24 ਲੱਖ, ਬੜਾ ਪੈਸੇ ਸੁਣੀਦੇ, 30 ਲੱਖ ਸੁਣੀਦੇ, ਇੱਥੇ ਆ ਕੇ ਬੜਾ ਦੁੱਖ ਹੁੰਦਾ। ਤੇ ਉਹਦੇ ਨਾਲ ਹੋਵੇ ਕਿ ਜਦੋਂ ਇਹ 1 ਸਾਲ ਦਾ ਤਾਂ ਉਹਨੇ ਪੇਮੈਂਟ ਕਰਤੀ ਤੇ ਉਹਨੂੰ ਐਡਮਿਸ਼ਨ ਮਿਲ ਗਈ, ਤੇ ਨੈਕਸਟ ਈਅਰ ਉਹਦਾ ਹਸਬੈਂਡ ਉਹਨੂੰ ਲਿਖ ਕੇ ਕਿ ਜਦੋਂ ਇਹ ਨੈਕਸਟ ਈਅਰ 2nd ਸਮੈਸਟਰ ਦੀ ਆਪਦੀ ਐਡਮਿਸ਼ਨ ਭਰੂਗੀ, ਮੈਥੋਂ ਪਰਮਿਸ਼ਨ ਲਊਗੀ, ਤੇ ਫਿਰ ਜੇ ਉਹ ਇਹੋ ਜਿਹੀ ਹੇਰਾਫੇਰੀ ਕਰੇਗੀ ਤੇ ਉਹ ਪੈਸੇ ਹੀ ਨਹੀਂ ਕਢਾ ਸਕੇਗੀ ਬੈਂਕ ਦੇ। ਉਹ ਬੈਂਕ ਨਾਲ ਡਾਇਰੈਕਟ ਲਿੰਕ ਹੋ ਸਕਦਾ ਕਾਨੂੰਨੀ ਤੌਰ 'ਤੇ, ਲੀਗਲੀ ਤੌਰ 'ਤੇ, ਜਾਂ ਬੈਂਕ ਦੇ ਕਹਿਣ ਨਾਲੋਂ ਹੋ ਸਕਦਾ। ਤੇ ਫਿਰ ਇਹਨਾਂ ਜਿਹੜੀਆਂ ਹੇਰਾਫੇਰੀਆਂ ਤੋਂ ਬਚਿਆ ਜਾ ਸਕਦਾ। ਅਦਰਵਾਈਜ਼ ਬੜੇ ਕੇਸਿਸ ਸੁਣੀਦੇ ਆ, ਬੜਾ ਦੁੱਖ ਹੁੰਦਾ ਵੀ ਮੁੰਡੇ ਹੀ ਨਹੀਂ ਕੁੜੀਆਂ ਵੀ ਕਰਦੀਆਂ, ਕੁੜੀਆਂ ਜੇ ਕਰਦੀਆਂ ਤਾਂ ਵੀ ਮਾੜੀ ਗੱਲ ਆ।
ਸੋ ਇਸ ਕਰਕੇ ਇਸ ਹਾਲਾਤ ਨੂੰ ਸੁਧਾਰਨ ਲਈ ਸਭ ਨੂੰ ਸਾਨੂੰ ਸਾਥ ਦੇਣਾ ਚਾਹੀਦਾ, ਸਭ ਨੂੰ ਇੱਕ ਦੂਜੇ ਦਾ ਮਦਦ ਕਰਨੀ ਚਾਹੀਦੀ ਹੈ, ਸਮਝਾਉਣਾ ਚਾਹੀਦਾ। ਪਰ ਮੇਰਾ ਆਪਣਾ ਓਪੀਨੀਅਨ ਹੈ ਕਿ ਬਾਹਰ ਜਾਣ ਦੀ ਇਕੱਲੀ ਚਾਹ ਇਹ ਨਹੀਂ ਵੀ ਉੱਥੇ ਦਰਖਤਾਂ ਨੂੰ ਨੋਟ ਲੱਗਦੇ, ਉੱਥੇ ਵੀ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਤੁਹਾਡੇ ਕੋਲ ਜਿੰਨੀ ਕਿ ਤੁਹਾਨੂੰ ਪੈਸੇ ਹੁੰਦੇ ਆ ਉਹਦੇ ਨਾਲ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਕਰਦੇ ਆ। ਅਯਾਸ਼ੀ ਤਾਂ ਉੱਥੇ ਕੋਈ ਹੁੰਦੀ ਨਹੀਂ ਗੀ, ਕੰਮ ਹੀ ਕੰਮ ਆ, ਕੰਮ ਹੀ ਕੰਮ ਹੁੰਦਾ। ਅਤੇ ਇਸ ਦਾ ਧਿਆਨ ਰੱਖਣਾ ਚਾਹੀਦਾ। ਅਤੇ ਕੰਮ ਇੱਥੇ ਮੈਨੂੰ ਤਾਂ ਫੋਰਨ ਨਾਲੋਂ ਸਾਰੇ ਕੰਟਰੀ ਮੈਂ ਘੁੰਮਿਆ, ਸਾਰਿਆਂ ਨੂੰ ਦੇਖ ਕੇ ਮੈਨੂੰ ਜਿੰਨਾ ਵਧੀਆ ਇੰਡੀਆ ਜ਼ਿੰਦਗੀ ਲੱਗੀ ਰਹਿਣ ਦੀ, ਕਰਨ ਦੀ। ਪਰ ਕੰਮ ਕਰਨ ਦੀ ਡਿਗਨਿਟੀ ਆਫ ਲੇਬਰ ਆਪਦੇ 'ਚ ਪੈਦਾ ਕਰਨੀ ਪੈਂਦੀ ਕਿ ਆਹ ਕੰਮ ਚੰਗਾ, ਇਹ ਮਾੜਾ। ਕੰਮ ਕੋਈ ਵੱਡਾ ਜਾਂ ਛੋਟਾ ਨਹੀਂ ਹੁੰਦਾ, ਕੰਮ ਕੰਮ ਹੀ ਆ। ਸੋ ਮੇਰਾ ਆਪਣਾ ਓਪੀਨੀਅਨ ਹੈ ਇਹਦੇ ਵਿੱਚ। ਅੱਛਾ, ਤੁਸੀਂ ਕੰਮ ਦੀ ਗੱਲ ਕੀਤੀ ਹੈ। ਵਰਕ ਪਰਮਿਟ ਦੇ ਉੱਤੇ ਇੱਥੋਂ ਜਿਹੜੇ ਨੇ ਉਹ ਕੁਝ ਲੋਕ ਚਲੇ ਜਾਂਦੇ ਨੇ, ਕੁੜੀਆਂ ਖਾਸ ਕਰਕੇ ਚਲੇ ਜਾਂਦੇ ਨੇ ਉੱਥੇ ਲਿਜਾ ਕੇ। ਉਹ ਜਿਨ੍ਹਾਂ ਕੋਲੇ ਜਾਂਦੇ ਨੇ ਉਹਨਾਂ ਦਾ ਉਹ ਪਾਸਪੋਰਟ ਆਪਣੇ ਕੋਲ ਜ਼ਬਤ ਕਰ ਲੈਂਦੇ ਨੇ, ਆਪਣੇ ਡਾਕੂਮੈਂਟ ਸਾਰੇ ਜ਼ਬਤ ਕਰ ਲੈਂਦੇ ਨੇ। ਅਤੇ ਅਜਿਹੇ ਜਿਹੜੇ ਕੇਸਾਂ ਦੇ ਵਿੱਚ ਉਹ ਉਹਨਾਂ ਦੇ ਉੱਤੇ ਰਹਿਮੋ ਕਰਮ ਦੇ ਉੱਤੇ ਬਣ ਕੇ ਰਹਿੰਦੇ ਨੇ, ਬੰਧੂਆ ਮਜ਼ਦੂਰ ਬਣ ਕੇ ਰਹਿ ਜਾਂਦੇ ਨੇ। ਅਜਿਹੇ ਕੇਸਾਂ ਦੇ ਵਿੱਚ ਜਿਹੜਾ ਉਹ ਕਿਵੇਂ ਬਚਿਆ ਜਾਵੇ? ਦੇਖੋ ਨਾ, ਪਾਸਪੋਰਟ ਨੋਰਮਲੀ ਤਾਂ ਤੁਹਾਡਾ ਪਾਸਪੋਰਟ ਕੋਈ ਬੰਦਾ ਰੱਖ ਹੀ ਨਹੀਂ ਸਕਦਾ ਗਾ, ਪਰ ਰੱਖਿਆ ਜਾਂਦਾ ਫਿਰ ਵੀ ਨਹੀਂ। ਫਿਰ ਉਹਨਾਂ ਨੂੰ ਪਤਾ ਨਹੀਂ ਨਾ, ਨੌਲੇਜ ਨਹੀਂ ਗੀ। ਤੁਹਾਡਾ ਪਾਸਪੋਰਟ 24 ਘੰਟੇ ਤੁਹਾਡੇ ਕੋਲ ਹੋਣਾ ਚਾਹੀਦਾ। ਵੈਨ ਯੂ ਆਰ ਅਨ ਅਦਰ ਕੰਟਰੀ, ਤੁਹਾਡੀ ਆਈਡੈਂਟੀਫਿਕੇਸ਼ਨ ਆਓ, ਤੁਹਾਨੂੰ ਚੈੱਕ ਕਰਨ ਦੀ ਕਿ ਤੁਸੀਂ ਕਿੱਥੋਂ ਆ ਰਹੇ, ਕਿਵੇਂ ਰਹਿ ਰਹੇ, ਕਿੱਥੇ ਆ ਰਹੇ। ਉਹ ਪਾਸਪੋਰਟ ਕੋਈ ਜਿਹੜਾ ਹੈਗਾ ਮਾਲਕ ਨਹੀਂ ਰੱਖ ਸਕਦਾ ਪਾਸਪੋਰਟ ਨੂੰ, ਇਹ ਕਾਨੂੰਨੀ ਤੌਰ 'ਤੇ ਲਾ। ਈਵਨ ਕਿ ਐਮਬੈਸੀ ਵੀ ਤੁਹਾਡਾ 15 ਮਿੰਟ ਪਾਸਪੋਰਟ ਨਹੀਂ ਰੱਖਦੇ, ਉਹ ਕਹਿੰਦੀ ਆਪਦਾ ਪਾਸਪੋਰਟ ਹੈ ਅਤੇ ਲੈ ਜਾਓ, ਹਾਂਜੀ। ਅਤੇ ਉਹਦੇ ਲਈ ਆਪ ਅਵੇਅਰ ਹੋਣਾ ਚਾਹੀਦਾ ਤਾਂ ਕਿ ਪਾਸਪੋਰਟ ਤੁਹਾਡਾ ਕਿਸੇ ਨੂੰ ਨਾ ਦਿੱਤਾ ਜਾਵੇ। ਜੇ ਕੋਈ ਕੰਮ 'ਤੇ ਜਾਂਦੇ ਤਾਂ ਉਹਨਾਂ ਨੂੰ ਪਹਿਲਾਂ ਗੱਲ ਕਰੋ ਉਹਦੇ ਨਾਲ ਕਿ ਅਸੀਂ ਪਾਸਪੋਰਟ ਨਹੀਂ ਦੇਣਾ ਆਪਦਾ ਉੱਥੇ ਜਾ ਕੇ। ਪਾਸਪੋਰਟ ਤੁਸੀਂ ਇੱਕ ਗੱਲ ਕੀਤੀ ਸੀ ਸਾਈਪਰਸ ਦੀ, ਕਿਸੇ ਲੜਕੀ ਦੀ, ਕੋਈ ਜਿਹੜੀ ਸਾਈਪਰਸ 'ਚ ਫਸ ਗਈ ਸੀ, ਉਹ ਕਿੱਸਾ ਕੀ ਸੀ? ਉਹ ਸਾਈਪਰਸ ਇਹ ਸੀ ਵੀ ਉਹ ਕੁੜੀ 7 ਸਾਲ ਉੱਥੇ ਰਹੀ, ਵਰਕ ਪਰਮਿਟ 'ਤੇ ਰਹੀ। ਵਰਕ ਪਰਮਿਟ 'ਤੇ ਰਹੀ, ਉਹ ਇੱਕ ਬਜ਼ੁਰਗ ਨੂੰ ਸੰਭਾਲਦੀ ਸੀਗੀ। ਬਜ਼ੁਰਗ ਦੀ ਡੈਥ ਹੋ ਗਈ ਤਾਂ ਉਹ ਤੋਂ ਬਾਅਦ ਉਹਨੇ ਵਾਪਸ ਹੀ ਆਉਣਾ ਸੀ। ਉਹਦਾ ਜਦੋਂ ਉਹਦੀ ਬਜ਼ੁਰਗ ਨੂੰ ਸੰਭਾਲਣ ਦੀ ਕੇਅਰ ਟੇਕਰ ਦੀ ਡਿਊਟੀ ਖਤਮ ਹੋ ਗਈ ਉਹਦੀ, ਅਤੇ ਉਹਦਾ ਵੀਜ਼ਾ ਵੀ ਖਤਮ ਹੋ ਜਾਣਾ ਸੀਗਾ। ਪਰ ਉਹਦੇ 'ਚ ਕਿਸੇ ਮਾੜੀ ਜਿਹੀ ਟੈਕਨੀਕਲ ਪ੍ਰੋਬਲਮ ਨਾਲ ਉਹਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਸਾਡੇ ਲੋਕਾਂ ਵੱਲੋਂ। ਅਤੇ ਫਿਰ ਉਹ ਇੱਥੋਂ ਮੇਰੇ ਨਾਲ ਲਿੰਕ ਕਿਸੇ ਨੇ ਕੀਤਾ, ਮੈਂ ਉਹਨਾਂ ਦੀ ਉਸ ਕੁੜੀ ਦੇ ਨਾਲ ਗੱਲਬਾਤ ਕੀਤੀ ਅਤੇ ਕੋਸ਼ਿਸ਼ ਕੀਤੀ। ਅਤੇ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਦਾ ਪਾਸਪੋਰਟ ਕਿਉਂ ਨਹੀਂ ਦਿੰਦੇ। ਉਹਨਾਂ ਨੇ ਪਾਸਪੋਰਟ ਦਿੱਤਾ ਵਿਦਿਨ। ਕਿਹੜੇ ਹਾਲਾਤਾਂ 'ਚ ਦਿੱਤਾ ਤੁਸੀਂ ਉਹ ਵੀ ਕਲੀਅਰ ਕਰੋ ਕਿ ਕਿਹੜੇ ਹਾਲਾਤਾਂ 'ਚ, ਕਿਉਂ, ਕਿਹੜੇ ਤਰੀਕੇ ਨਾਲ ਦਿੱਤਾ ਉਹਨਾਂ ਨੇ? ਤੁਸੀਂ ਕੀ ਕਿਹਾ ਉਹਨਾਂ ਨੂੰ? ਨਹੀਂ, ਮੈਂ ਉਹ ਇਹ ਕਿਹਾ ਕਿ ਤੁਸੀਂ ਇਹਨਾਂ ਦਾ ਪਾਸਪੋਰਟ ਨਹੀਂ ਰੱਖ ਸਕਦੇ ਗੇ। ਅਤੇ ਜਿਹੜੀ ਉਹ ਕੁੜੀਆਂ ਉਹਨਾਂ ਨੂੰ ਮਿਸਯੂਜ਼ ਕਰ ਰਹੇ ਸੀਗੇ ਜਿਹੜੇ ਲੋਕ, ਉਹ ਖੁਦ ਗਲਤ ਸੀਗੇ। ਅਤੇ ਮੈਂ ਤਾਂ ਸੱਚੀ ਗੱਲ ਵਕੀਲਾਂ ਵਾਲਾ ਇਹੀ ਗੱਲ ਕਹੀ, ਮੈਂ ਕਿਹਾ ਵੀ ਤੁਸੀਂ ਮੈਨੂੰ, ਉਹ ਕੁੜੀ ਨੇ ਦੱਸਤਾ ਕਿ ਇਹ ਬੰਦੇ ਤਾਂ ਆਹ ਹੈਗੇ। ਅਤੇ ਮੈਂ ਕਿਹਾ ਵੀ ਜੇ ਤੁਸੀਂ ਇਹਨਾਂ ਨੂੰ ਲੜਕੀ ਨਾਲ ਪਹਿਲਾਂ ਇੰਡੀਆ ਚਲੇ ਜਾਓ ਫਿਰ। ਅਤੇ ਉਹ 15 ਮਿੰਟਾਂ ਬਾਅਦ ਉਹਨਾਂ ਨੇ ਪਾਸਪੋਰਟ, ਅੱਧੇ ਘੰਟੇ ਬਾਅਦ ਉਹ ਕੁੜੀ ਨੂੰ ਚੜ੍ਹਾਤਾ। ਉਹ ਅੱਜ ਕੱਲ੍ਹ ਇੱਥੇ ਆਈ ਆ। ਹਾਲਾਂਕਿ ਉਹ ਵੈਲ ਐਜੂਕੇਟਡ ਲੜਕੀ ਸੀਗੀ ਅਤੇ ਬੱਚੇ ਉਹਦੇ ਵੈਲ ਐਜੂਕੇਟਡ ਸੀ, ਹਸਬੈਂਡ ਉਹਦਾ ਵੈਲ ਐਜੂਕੇਟਡ। ਪਰ ਕਈ ਵਾਰੀ ਪੜ੍ਹੇ ਲਿਖੇ ਵੀ ਮਤਲਬ ਸਮਝ ਲਓ ਵੀ ਅੱਖਾਂ 'ਤੇ ਪਰਦਾ ਪੈ ਜਾਂਦਾ, ਨਹੀਂ ਸੋਚਦੇ ਜਾਂ ਗਲਤੀਆਂ ਹੁੰਦੀਆਂ ਜਾਂ ਗਲਤੀਆਂ ਕਰਦੇ। ਪਰ ਧਿਆਨ ਰੱਖਣਾ ਚਾਹੀਦਾ, ਬਾਹਰ ਨੋਰਮਲ ਜ਼ਿੰਦਗੀ ਆ ਬਾਹਰ ਵੀ, ਅਤੇ ਵਧੀਆ ਹੈਗਾ ਜੇ ਤੁਹਾਨੂੰ, ਜੇ ਇਫ ਯੂ ਆਰ ਗੋਇੰਗ ਔਨ ਲੀਗਲ ਵੇ ਅਤੇ ਫਿਰ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਤੁਸੀਂ ਜਾਂਦੇ ਆ ਤਾਂ, ਜੇ ਤੁਸੀਂ ਇਲੀਗਲ ਵੇ ਨਾਲ ਜਾਂਦੇ ਤਾਂ ਫਿਰ ਤੁਹਾਡੀ ਯੂ ਹੈਵ ਨੋ ਬੇਸ, ਉਹਦਾ ਫਾਇਦਾ ਕੋਈ ਨਹੀਂ ਹੈਗਾ। ਉਹਦੇ ਲਈ ਧੱਕਿਆਂ ਤੋਂ ਬਿਨਾਂ ਕੁਛ ਨਹੀਂ ਮਿਲਦਾ ਤੁਹਾਨੂੰ। ਉੱਥੇ ਜਾ ਕੇ ਤੁਸੀਂ ਕੋਈ ਆਲਟਰਨੇਟਿਵ ਨਹੀਂ ਹੁੰਦਾ ਕਿ ਤੁਸੀਂ ਉੱਥੇ ਵੈਲ ਸੈਟਲ ਹੋ ਜਾਓ ਜਾਂ ਕੋਈ ਤਰੀਕਾ ਹੋ ਜੇ। ਜਰਮਨ ਦੇ ਵਿੱਚ, ਮੈਂ ਜਰਮਨ ਬਾਰੇ ਦੱਸ ਸਕਦਾ ਕਿ ਉੱਥੇ ਤਾਂ ਜਿਹੜਾ ਹੈ ਮੈਰਿਜ ਹੀ ਇੱਕ ਵੱਡਾ ਬੇਸ ਆ, ਜਾਂ ਨੌਕਰੀ ਬੇਸ ਆ, ਜਾਂ ਪੜ੍ਹਾਈ ਤੋਂ ਬਾਅਦ ਤੁਹਾਡਾ ਬੇਸ ਹੈਗਾ ਵੀ ਤੁਹਾਨੂੰ ਨੌਕਰੀ ਕੋਈ ਫਰਮ ਦੇਵੇ, ਅਦਰਵਾਈਜ਼ ਯੂ ਹੈਵ ਟੂ ਕਮ ਬੈਕ। ਇਹ ਹੈ ਮੇਰਾ ਆਪਣਾ ਓਪੀਨੀਅਨ ਕਿ ਧਿਆਨ ਰੱਖੋ ਆਪਣਾ। ਤਾਂ ਇੰਨਾ ਪੈਸਾ ਲਾਉਣਾ, ਪੈਸਾ ਡਿਕਰੀਆਂ ਤਾਂ ਹੈ ਹੀ ਨਹੀਂ ਜੋ ਬਹੁਤ ਜਲਦੀ ਇਕੱਠੀਆਂ ਹੋ ਜਾਣ। ਅਤੇ ਬਾਹਰ ਵੀ ਇਹ ਜੇ ਦਰਖਤ ਨਹੀਂ ਹੈਗੇ ਜਿਨ੍ਹਾਂ 'ਤੇ ਡਾਂਗ ਮਾਰੋਗੇ ਅਤੇ ਯੂਰੋ ਡਿੱਗ ਪੈਣਗੇ ਅਤੇ ਭੇਜ ਦਿਓਗੇ। ਡੇ ਐਂਡ ਨਾਈਟ ਵਰਕ ਕਰਨਾ ਪੈਂਦਾ, ਅਤੇ ਇਹਦੇ ਲਈ ਬੀ ਕੇਅਰਫੁਲ। ਇਹਦੇ ਲਈ ਬੀ ਕੇਅਰਫੁਲ। ਸ਼ੇਖੋਂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਹਕੀਕਤ ਟੀਵੀ ਪੰਜਾਬੀ ਨਾਲ ਗੱਲਬਾਤ ਕਰਨ। ਥੈਂਕ ਯੂ ਵੈਰੀ ਮੱਚ ਕੁਲਵੰਤ ਜੀ। ਸੋ ਇਹ ਸਨ ਹਰਜਿੰਦਰ ਸਿੰਘ ਸੇਖੋਂ, ਜਿਹੜੇ ਕਿ ਪਿਛਲੇ 42 ਸਾਲ ਤੋਂ ਜਰਮਨ ਦੇ ਵਿੱਚ ਸੈਟਲ ਨੇ, ਵਕੀਲ ਨੇ, ਪੇਸ਼ੇ ਤੋਂ ਵਕੀਲ ਨੇ, ਉੱਥੇ ਸੈਟਲ ਨੇ। ਉੱਥੇ ਜਾ ਕੇ ਇਹਨਾਂ ਨੇ ਬਹੁਤ ਇਸ ਲੈਵਲ ਦੇ ਉੱਤੇ ਕੰਮ ਕੀਤਾ, ਇਸ ਪੱਧਰ ਦੇ ਉੱਤੇ ਕੰਮ ਕੀਤਾ ਕਿ ਉੱਥੇ ਕਈ ਜ਼ਿੰਦਗੀਆਂ ਜਿਹੜੀਆਂ ਨੇ ਉਹ ਵਿਦੇਸ਼ਾਂ 'ਚ ਹਿੰਦੁਸਤਾਨ ਦੀਆਂ ਜਿਹੜੀਆਂ ਫਸੀਆਂ ਹੋਈਆਂ ਉਹਨਾਂ ਨੂੰ ਇਹਨਾਂ ਨੇ ਉੱਥੋਂ ਕੱਢ ਕੇ ਭਾਰਤ 'ਚ ਵਾਪਸ ਭੇਜਿਆ। ਤੁਸੀਂ ਵੀ ਜੇਕਰ ਅਜਿਹੇ ਸੋਚ ਰਹੇ ਹੋ ਆਪਣੇ ਬੱਚੇ ਦਾ, ਕਿਸੇ ਨੌਜਵਾਨ ਆਪਣੇ ਮੁੰਡੇ ਕੁੜੀ ਦਾ ਵਿਆਹ ਕਰਨ ਲਈ ਵਿਦੇਸ਼ ਵਿੱਚ ਸੈਟਲ ਕਰਨ ਦਾ ਜਿਹੜਾ ਤੁਹਾਡਾ ਸੁਪਨਾ ਹੈ ਉਸ ਨੂੰ ਲੈ ਕੇ, ਤਾਂ ਸਭ ਤੋਂ ਪਹਿਲਾਂ ਸੇਖੋਂ ਸਾਹਿਬ ਹੋਣਾ ਦੀਆਂ ਕਈਆਂ ਗੱਲਾਂ ਨੂੰ ਥੋੜ੍ਹਾ ਧਿਆਨ 'ਚ ਰੱਖਿਓ ਕਿ ਪਹਿਲਾਂ ਸਾਰੀਆਂ ਚੀਜ਼ਾਂ ਦੀ ਇਨਕੁਆਇਰੀ ਕਰ ਲਿਓ ਕਿ ਕੀ ਮੁੰਡਾ ਵਿਦੇਸ਼ ਦੇ ਵਿੱਚ ਵਾਕਈ ਹੀ 1500 ਯੂਰੋ ਕਮਾ ਰਿਹਾ
ਕੀ ਉਸ ਕੋਲ ਆਪਣਾ ਘਰ ਹੈ ਰਹਿਣ ਲਾਇਕ, ਕੀ ਉਹ ਇੰਨਾ ਕੁ ਹੈ ਕਿ ਉਹ ਆਪਣੀ ਲੜਕੀ ਨੂੰ ਇੱਥੋਂ ਲਿਜਾ ਕੇ ਉੱਥੇ ਆਪਣੇ ਕੋਲ ਰੱਖ ਕੇ ਉਸ ਦਾ ਖਰਚਾ ਵੀ ਸਹਿਣ ਕਰ ਸਕੇ, ਤੇ ਕੀ ਸਰਕਾਰ ਉਸ ਨੂੰ ਲੀਗਲ ਵਾਈਫ ਜਿਹੜੀ ਹੈ ਇੰਡੀਆ ਦੇ ਵਿੱਚੋਂ ਲਿਜਾ ਕੇ ਆਪਣੀ ਪਤਨੀ ਨੂੰ ਆਪਣੇ ਨਾਲ ਰੱਖਣ ਦੀ ਉੱਥੇ ਦੀ ਸਰਕਾਰ ਜਿਹੜੀ ਇਜਾਜ਼ਤ ਦੇ ਰਹੀ ਹੈ ਜਾਂ ਨਹੀਂ। ਤੇ ਜੇਕਰ ਇਹਨਾਂ ਵਿੱਚੋਂ ਇੱਕ ਵੀ ਕੰਡੀਸ਼ਨ ਪੂਰੀ ਨਹੀਂ ਹੋ ਰਹੀ ਤਾਂ ਫਿਰ ਤੁਹਾਡੇ ਨਾਲ ਇਸ ਦੇ ਬਾਵਜੂਦ ਵੀ ਉਹ ਲੜਕਾ ਤੁਹਾਡੇ ਨਾਲ ਇੱਥੇ ਵਿਆਹ ਕਰਾਉਣ ਲਈ ਆਇਆ ਹੋਇਆ ਤਾਂ ਸਮਝੋ ਤੁਹਾਡੇ ਨਾਲ ਧੋਖਾ ਹੋਣ ਜਾ ਰਿਹਾ। ਅਜਿਹੇ ਵਿੱਚ ਸੇਖੋਂ ਸਾਹਿਬ ਕਹਿੰਦੇ ਨੇ ਵੀ ਮੈਂ ਵੀ ਮਦਦ ਕਰਨ ਨੂੰ ਤਿਆਰ ਹਾਂ, ਅਸੀਂ ਆਪਣਾ ਇਹਨਾਂ ਦਾ ਨੰਬਰ ਵੀ ਜਿਹੜਾ ਉਹ ਨੀਚੇ ਫਲੈਸ਼ ਕਰਾਂਗੇ ਤਾਂ ਕਿ ਜਿਹੜਾ ਵੀ ਕੋਈ ਚਾਹਵਾਨ ਹੋਏਗਾ ਉਹ ਇਹਨਾਂ ਨਾਲ ਸੰਪਰਕ ਕਰਕੇ ਵਿਦੇਸ਼ ਦੇ ਵਿੱਚੋਂ ਪਤਾ ਕਰਾ ਸਕਦਾ ਹੈ ਕਿ ਉਹਨਾਂ ਨਾਲ ਕਿਤੇ ਧੋਖਾ ਤਾਂ ਨਹੀਂ ਹੋ ਰਿਹਾ। ਅਜਿਹੇ ਵਿੱਚ ਸਾਵਧਾਨ ਰਹੋ ਤੇ ਹਮੇਸ਼ਾ ਜਿਹੜਾ ਉਹ ਇਮਾਨਦਾਰੀ ਦੇ ਨਾਲ ਜਿਹੜਾ ਉਹ ਰਿਸ਼ਤੇ ਜਿਹੜੇ ਨੇ ਉਹ ਨਿਭਾਉਣ ਦੀ ਕੋਸ਼ਿਸ਼ ਕਰੋ। ਸੋ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ, ਇਸ ਬਾਬਤ ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦਿਓ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।